ਮੀਆਂ ਤੈਮੂਰ ਅਸ਼ਰਫ, ਮੇਰੇ ਨਾਲ ਹਾਜੀ ਨਵੀਦ ਅਹਿਮਦ ਕਲੰਦਰੀ ਸਾਹਿਬ, ਹਾਜੀ ਅਬਦੁਲ ਕਯੂਮ ਸਾਹਿਬ, ਹਾਜੀ ਅਬਦੁਲ ਮਾਲਿਕ ਸਾਹਿਬ। ਅਸੀਂ ਅੱਜ ਹਜ਼ਰਤ ਇਮਾਮ ਜਾਫਰ ਸਾਦਕ ਆਪ ਦੇ ਬੇਟੇ ਇਮਾਮਜ਼ਾਦਾ ਅਲੀ ਲੁਰੈਜ਼ੀ ਦੇ ਮਜ਼ਾਰ 'ਤੇ ਹਾਜ਼ਰ ਹੋਏ ਹਾਂ। ਇੱਥੇ ਆਪ ਦਾ ਕਦੇ ਮਜ਼ਾਰ ਹੁੰਦਾ ਸੀ, ਜਿਹੜਾ ਗਾਲਬਨ 2006 ਦੇ ਵਿੱਚ ਆਪ ਦੇ ਜਸਾਮ ਪਾਕ ਮਹਿਰੂਮੀਨ ਦੇ ਸਹੀ ਸਲਾਮਤ ਨਿਕਲੇ ਅਤੇ ਉਹਨਾਂ ਨੂੰ ਬਾਅਦ ਵਿੱਚ ਜੰਨਤੁਲ ਬਕੀ ਦੇ ਵਿੱਚ ਦਫਨ ਕਰ ਦਿੱਤਾ ਗਿਆ। ਸਾਡੇ ਜਿਹੜੇ ਪੀਰ ਨੇ ਜਨਾਬ ਪਾਕ ਗੰਜ ਇਰਫਾਨ ਹਜ਼ਰਤ ਹਾਜੀ ਪੀਰ ਸੈयद ਮੁਹੰਮਦ ਅਕਰਮ ਸ਼ਾਹ ਚਿਸ਼ਤੀ ਕਾਦਰੀ ਅਲ-ਲੁਰੈਜ਼ੀ ਖਵਾਰਜ਼ਮੀ, ਆਪ ਵੀ ਇਮਾਮਜ਼ਾਦਾ ਅਲੀ ਲੁਰੈਜ਼ੀ ਦੀ ਔਲਾਦ ਵਿੱਚੋਂ ਨੇ। ਇਸ ਵਾਸਤੇ ਆਪ ਵੀ ਲੁਰੈਜ਼ੀ ਕਹਿਲਾਉਂਦੇ ਨੇ। ਅਤੇ ਖਵਾਰਜ਼ਮ ਤੋਂ ਆਪ ਦੇ ਵਡਕੇ ਜਿਹੜੇ ਨੇ ਉਹ ਮੁਲਤਾਨ ਸ਼ਹਿਰ ਤਸ਼ਰੀਫ ਲੈ ਗਏ। ਮੁਲਤਾਨ ਸ਼ਹਿਰ ਤੋਂ ਫਕੀਰਾਂ ਵਾਲਾ ਸਈਦਾ, ਇਸ ਵਜ੍ਹਾ ਤੋਂ ਖਵਾਰਜ਼ਮੀ ਕਹਿਲਾਉਂਦੇ ਨੇ। ਅਤੇ ਆਪ ਦਾ ਬਾਈ ਗਾਉਂ ਕੀਰਾਂ ਵਾਲਾ ਸਈਦਾ। ਮੇਰੇ ਦਾਦਾ ਜਾਨ ਹਜ਼ਰਤ ਮੀਆਂ ਫਜ਼ਲਦੀਨ ਗੁੱਜਰ ਸਾਹਿਬ ਕੀਰਾਂ ਵਾਲਾ ਸਈਦਾ ਤੋਂ ਆਪ ਨੂੰ ਬਤੌਰੇ ਇਮਾਮ ਮਸਜਿਦ ਖਤੀਬ ਪਲੇਸਰਾਂ ਵਾਲੇ ਸ਼ਰੀਫ ਜਿਹੜਾ ਲੈ ਕੇ ਆਏ। ਆਪ ਦੇ ਮਰੀਦੈਨ ਅਵਲ ਵਿੱਚੋਂ ਨੇ। ਫਿਰ ਮੇਰਾ ਪੂਰਾ ਖਾਨਦਾਨ ਆਪ ਦਾ ਮਰੀਦ ਹੋਇਆ। ਉਸ ਦੀ ਬਾਅਦ ਪਲੇਸਰਾਂ ਵਾਲਾ ਪਿੰਡ ਪੂਰਾ ਇਸ ਟਾਈਮ ਜਨਾਬ ਪਾਕ ਦਾ ਮਰੀਦ ਹੈ। ਅਤੇ ਹੁਣ ਜਿਹੜੇ ਸਜਾਦਾ ਨਸ਼ੀਨ ਨੇ ਇਸ ਟਾਈਮ ਹਜ਼ਰਤ ਹਾਜੀ ਪ੍ਰੋਫੈਸਰ ਡਾਕਟਰ ਪੀਰ ਸੈयद ਅਮੀਰ ਹਸਨ ਚਿਸ਼ਤੀ ਕਾਜ਼ਰੀ ਅਲ-ਲੁਰੈਜ਼ੀ ਖਵਾਰਜ਼ਮੀ ਐਡਵੋਕੇਟ ਇਸਲਾਮਾਬਾਦ। ਆਪ ਨੇ ਮੇਰੇ ਵਾਲਦ ਸਾਹਿਬ ਨੂੰ ਹਜ਼ਰਤ ਮੀਆਂ ਮੁਹੰਮਦ ਅਸ਼ਰਫ ਸਾਹਿਬ ਨੂੰ, ਮਾਸਟਰ ਸਾਹਿਬ ਨੂੰ ਚਿਸ਼ਤੀ ਕਾਦਰੀ ਤਰੀਕਤ ਦੀ ਖਿਲਾਫਤ ਅਤਾ ਫਰਮਾਈ। ਅਤੇ ਜਨਾਬ ਪਾਕ ਜਦੋਂ ਵੀ ਉਮਰੇ ਵਾਸਤੇ ਤਸ਼ਰੀਫ ਲਿਆਉਂਦੇ ਨੇ, ਅੱਜ ਵਾਸਤੇ 2012 ਵਿੱਚ ਆਏ, ਉਮਰੇ ਵਾਸਤੇ 2019, 2024, 2025 ਵਿੱਚ ਜਦੋਂ ਵੀ ਤਸ਼ਰੀਫ ਲਿਆਏ ਨੇ, ਮੇਰੇ 'ਤੇ ਖਸੂਸੀ ਫਜ਼ਲ ਅਤੇ ਕਰਮ ਕੀਤਾ ਅਤੇ ਮੈਨੂੰ ਆਪਣੇ ਸਫ਼ਰ ਦੇ ਵਿੱਚ ਨਾਲ ਰੱਖਿਆ। ਇਹ ਉਹਨਾਂ ਦਾ ਮੇਰੇ 'ਤੇ ਖਾਸ ਫਜ਼ਲ ਅਤੇ ਕਰਮ। ਅਤੇ ਜਨਾਬ ਪਾਕ ਦੇ ਸਾਹਿਬਜ਼ਾਦੇ ਵੱਡੇ, ਸਭ ਤੋਂ ਵੱਡੇ ਹਜ਼ਰਤ ਪੀਰ ਸੈयद ਮੁਹੰਮਦ ਅਫਜ਼ਲ ਸ਼ਾਹ ਚਿਸ਼ਤੀ ਕਾਦਰੀ ਅਲ-ਲੁਰੈਜ਼ੀ ਖਵਾਰਜ਼ਮੀ, ਆਪ ਦੇ ਹੁਕਮ ਦੇ ਮੁਤਾਬਕ ਮੈਂ ਇਸ ਜਗ੍ਹਾ 'ਤੇ ਜ਼ਿਆਰਤ ਕਰਨ ਆਇਆ ਅਤੇ ਆਪ ਨੇ ਹੁਕਮ ਫਰਮਾਇਆ ਉੱਥੇ ਜਾਓ, ਉੱਥੇ ਜ਼ਿਆਰਤ ਕਰਕੇ ਆਓ। ਇਹ ਜਨਾਬ ਉਹ ਰਾਹ ਤੋਂ ਵਾਪਸ ਆਏ। ਇਹ ਹੁਣ ਫਿਰ ਇਹ ਵੀ ਜਗ੍ਹਾ ਪੱਕੀਆਂ, ਇਹ ਸੀੜੀਆਂ ਨੇ। ਇਹ ਸ਼ਾਇਦ ਉਹ ਉੱਥੇ ਦੀਆਂ ਸੀੜੀਆਂ ਸੀ ਉਸ ਵੇਲੇ, ਜਿਹੜੀਆਂ ਅੱਗੋਂ ਗੈਰ ਸੈਕਿੰਡ ਫਲੋਰ ਜਿਵੇਂ ਬਣਦਾ ਇੱਥੋਂ, ਉੱਤੋਂ ਇਹਨਾਂ ਨੇ ਉਹ ਖ਼ਤਮ ਕਰ ਦਿੱਤੇ। ਇਹ ਦਰਵਾਜ਼ਾ ਸ਼ਾਇਦ ਇੱਥੇ ਕਮਰਾ ਸੀ ਜਾਂ ਜਿਸ ਤਰ੍ਹਾਂ ਵੀ, ਇਹ ਵੀ ਖ਼ਤਮ ਹੋ ਗਿਆ। ਇਹ ਐਨ ਜਿਵੇਂ 2 ਫਲੋਰ ਬਿਲਡਿੰਗ ਸੀ, ਇੱਕ ਥੱਲੇ ਬੇਸਮੈਂਟ ਹੈ ਉਹ, ਇਹ ਉੱਤੇ ਜਿਹੜਾ ਨਾ ਇੱਧਰੋਂ ਹੀ ਉਹ ਉਸੇ ਗਾਰ ਵਿੱਚ ਥੱਲੇ ਹੈ। ਉੱਤੇ ਪੜੀਆਂ ਟਾਈਪ ਨੇ ਬਣੀਆਂ, ਇੱਥੋਂ ਜਾਂਦਾ ਜੀ। ਇੰਝ ਹੀ ਜਨਾਬ ਲੱਗਦਾ ਪਿਆ ਕਿ ਉੱਤੇ ਕਮਰੇ ਸ਼ਮਰੇ ਹੈ, ਉਹ ਥੱਲੇ ਬੇਸਮੈਂਟ ਸੀ, ਖਿੜਕੀਆਂ ਬਣੀਆਂ ਨੇ। ਇਹ ਵੀ ਉਹ ਸਾਰਾ ਇਹ ਅਸਲ ਬਿਲਡਿੰਗ ਜਨਾਬ ਉਸ ਵੇਲੇ ਉਹ ਜਿਹੜੀ ਆਹੀ ਕੋਈ ਜਾਂ ਉਹ ਜਗ੍ਹਾ ਇਹ ਵੈਂਟੀਲੇਸ਼ਨ ਵਾਸਤੇ ਜਿਸ ਤਰ੍ਹਾਂ ਗੋਲ ਜਿਹਾ ਉੱਤੇ ਛੱਡਿਆ ਹੁੰਦਾ ਉਸ ਵਕਤ ਦੇ ਹਿਸਾਬ ਨਾਲ ਸੀ, ਜਾਂ ਕੋਈ ਚਿਮਨੀ ਟਾਈਪ ਕਹਿ ਸਕਦੇ ਹੋ।
ਇਹ ਗੋਲ ਬਣਿਆ ਜੀ ਵੈਂਟੀਲੇਸ਼ਨ ਥੱਲੇ ਸਿੱਧਾ ਵਿੱਚ ਜਾ ਰਿਹਾ ਨਾ। ਇਹ ਉਹ ਹੀ ਥੱਲੇ ਜਿਹੜਾ ਬੇਸਮੈਂਟ ਵਾਸਤੇ ਉਹਦੀ ਵੈਂਟੀਲੇਸ਼ਨ ਹੈ ਸ਼ਾਇਦ, ਜਾਂ ਵੈਂਟੀਲੇਸ਼ਨ ਹੀ ਕਹੀ ਜਾ ਸਕਦੀ ਕਿਉਂਕਿ ਥੱਲਿਓਂ ਓਪਨ ਹੈ। ਇਹ ਨਾ ਵੈਂਟੀਲੇਸ਼ਨ ਹੀ ਹੋਣੀ ਹੈ, ਥੱਲਿਓਂ ਓਪਨ ਹੈ, ਥੱਲੇ ਕੋਈ ਸ਼ੈ ਨਹੀਂ, ਛੱਤ ਦੇ ਥੱਲੇ ਪਾਸੇ ਕੋਈ ਸ਼ੈ ਨਹੀਂ। ਕੀ ਹਾਲ ਹੈ? ਠੀਕ ਹੈ ਜਨਾਬ, ਅਸੀਂ ਪਹੁੰਚੇ ਹਾਂ ਇਸ ਮੁਕਾਮ 'ਤੇ। ਇਹ ਤਸਵੀਰਾਂ ਸ਼ੀਰਾਂ ਵਿੱਚ ਵੀ ਸੇਮ ਹੈ ਹੀ ਹੈ ਸਾਰਿਆਂ ਨੂੰ, ਜਿਹੜਾ ਤੁਹਾਡੀ ਪੋਸਟ ਦੇ ਥੱਲੇ ਦੋਸਤਾਂ ਬਾਬਾ ਨੇ ਕੋਈ ਕੀਤੀਆਂ ਨੇ, ਅਤੇ ਉਹ ਸੇਮ ਉਹੀ ਜਗ੍ਹਾ, ਲੋਕੇਸ਼ਨ ਵੀ ਉਹੀ ਹੈ। ਉਸ ਮੁਕਾਮ 'ਤੇ ਅਸੀਂ ਆਏ। ਮਜ਼ੀਦ ਇੱਕ ਵਾਰੀ ਚੈੱਕ ਕਰੋ। ਹਾਂ ਇੱਥੇ ਜਿਹੜਾ ਕਬਰਾਂ ਸ਼ਬਰਾਂ ਦਾ ਹਿਸਾਬ ਕਿਤਾਬ ਹੁੰਦਾ ਉਹ ਇੰਝ ਹੀ ਜ਼ਿਆਰਤ ਦਾ ਹੁੰਦਾ। ਇਹ ਜਿਕਨ ਇਹਨਾਂ ਨੇ ਚਾਰ ਪਾਸੇ ਵੱਲ ਕੇ ਇਹਨਾਂ ਦੇ ਵਿੱਚ ਇੱਥੇ ਰੋਜ਼ਾ ਹੋ ਸਕਦਾ ਹੈ, ਜਾਂ ਇਸ ਤਰ੍ਹਾਂ ਨਿਸ਼ਾਨਦੇਹੀ ਟਾਈਪ ਜਿਵੇਂ ਬਣਾਉਂਦੇ ਨੇ ਇਹ ਨਿਸ਼ਾਨਦੇਹੀ ਵਗੈਰਾ ਇਹਨਾਂ ਦੇ ਹੁੰਦੇ। ਇਹ ਮਸਜਿਦ ਸ਼ਾਇਦ ਹੈ ਜਿਕਨ ਹੈ ਮਹਿਰਾਬ ਦੀ ਸ਼ਕਲ ਹੈ ਨਾ। ਇਹ ਜਗ੍ਹਾ ਇੰਝ ਲੱਗਦੀ ਹੈ ਜਿਵੇਂ ਮਹਿਰਾਬ ਬਣਿਆ ਗੋਲ, ਪੁਰਾਣਾ ਪੱਕਾ ਹੈ। ਕਿਉਂ ਸਾਹਿਬ, ਕਿਉਂਕਿ ਜ਼ਿਆਦਾ ਸਾਡੇ ਵਿੱਚੋਂ ਸਮਝਦਾਰ ਨੇ, ਇਹ ਦੱਸਦੇ ਨੇ ਕਿ ਇਹ ਮਹਿਰਾਬ ਦੀ ਸ਼ਕਲ ਹੈ, ਅਤੇ ਬਿਲਕੁਲ ਉਹ ਉਸ ਤਰ੍ਹਾਂ ਹੀ ਲੱਗਦਾ ਵਾ। ਇਸ ਤੋਂ ਇਲਾਵਾ ਜਨਾਬ ਇਹ ਪੱਥਰ ਹੈ ਅਤੇ ਉਹ ਸਾਰਾ ਪੁਰਾਣਾ ਹੀ ਨਕਸ਼ਾ ਘਰਾਂ ਦਾ ਵੀ, ਜਾਂ ਉਸ ਤਰ੍ਹਾਂ ਦਾ। ਇਹ ਵੀ ਇਹ ਥੱਲੇ ਤਹਿਖਾਨੇ ਦੇ ਅੰਦਰ ਹੈ, ਸੀੜੀਆਂ ਜਾ ਰਹੀਆਂ ਨੇ ਇੱਥੋਂ ਨਾ, ਇਹ ਥੱਲੇ। ਅਗਰ ਆਪ ਨੂੰ ਸਹੀ ਨਜ਼ਰ ਆ ਰਿਹਾ ਹੋਵੇ ਇੱਥੋਂ ਦਾ, ਇਹ ਅੰਦਰ ਤਹਿਖਾਨੇ ਦੇ ਵਿੱਚ ਇੱਥੋਂ ਸੀੜੀਆਂ ਜਾ ਰਹੀਆਂ ਹੈ ਜਿਸ ਤਰ੍ਹਾਂ। ਇਹ ਅਸੀਂ ਤਹਿਖਾਨੇ ਵਿੱਚ ਉਤਰਨ ਲੱਗੇ ਹਾਂ। ਵੇਖਦੇ ਹਾਂ ਵੀ ਸਭ ਢਲੋ। ਹਾਂਜੀ ਦੇਖੋ ਵੇਖਦੇ ਅੱਲਾ ਹੈ ਕਰ ਸੀ ਇਨਸ਼ਾਅੱਲਾ। ਸਬਰ ਲਾਈਟ ਬਾਲਣਾ। ਕਦ ਕਦਮ ਮੰਗਾਓ ਨਾ ਪਤਾ ਲੱਗ ਜਾ ਸੀ। ਜੇ ਉਹ ਅੱਗੇ ਤੱਕ ਗਾਰ ਜੇ ਤਾਂ ਇਹ ਥੱਲੇ ਹੀ ਹੋ ਜਨਾਬ ਤਹਿਖਾਨੇ ਵਿੱਚ ਐਵੇਂ, ਲੇਕਿਨ ਹੁਣ ਇਹ ਬੰਦ ਹੈ ਉਹਦੀ ਹਾਲਤ ਜਿਹੜੀ ਨਾ ਅੰਦਰ।